ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਪੜ੍ਹਦੇ ਸੁਣਦੇ ਸ਼ਰਧਾ ਭਾਵਨਾ ਅਕੀਦਤ ਦੇ ਨਾਲ ਸਤਿਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਸੱਚੀ ਸਰਕਾਰ ਦੀਨ ਦਿਆਲ ਭਗਤ ਵਸਲ ਕਰਨਾ ਨਿਧਾਨ ਭਾਣੇ ਦੇ ਮਾਲਕ ਸਾਹਿਬ ਦੇ ਬਚਨਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਕਲਯੁਗ ਜੀਵਾਂ ਦੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਮਹਾਰਾਜ ਉਸ ਨਿਰਗੁਣ ਸਰੂਪ ਅੰਦਰ ਕਹੇ ਹੋਏ ਬਚਨਾਂ ਨੂੰ ਸਰਗੁਣਤਾ ਦੇ ਅੰਦਰ ਸਮਝਾਉਣ ਵਾਸਤੇ ਸਰਗੁਣ ਰੂਪ ਧਾਰਨ ਕਰਕੇ ਸੰਸਾਰ ਨੂੰ ਬਖਸ਼ਿਸ਼ ਪਏ ਕਰਦੇ ਨੇ। ਦਿਆਲੂ ਕਿਰਪਾਲੂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਸੱਚੀ ਸਰਕਾਰ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਸਾਨੂੰ ਮਿਹਰਾਂ ਬਖਸ਼ਿਸ਼ ਕਰਦਿਆਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1376 ਅੰਗ ਦੇ ਉੱਪਰ ਧੁਰ ਦਰਗਾਹੀ ਬਚਨ ਜੋ ਨੇ ਮਹਾਰਾਜ ਕਬੀਰ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਸੰਸਾਰ ਦੇ ਅੰਦਰ ਉਪੁਕਸ਼ਿਤ ਹੋ ਰਹੇ ਨੇ। ਭਲਾ ਕਰਨ ਵਾਲੇ ਬਚਨ ਮਹਾਰਾਜ ਕਬੀਰ ਸਾਹਿਬ ਦੁਨੀਆ ਨੂੰ ਦਰਸਾਉਂਦੇ ਨੇ। ਦੁਨੀਆ ਦੇ ਲੋਗੋ ਸੰਸਾਰ ਦੇ ਅੰਦਰ ਆ ਕਰਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਜਿੰਨਾ ਸਮਾਂ ਤੁਸੀਂ ਨਹੀਂ ਪਾਉਣਾ ਕਰਦੇ ਅਪਣਾਉਣਾ ਨਹੀਂ ਕਰਦੇ ਉਹਨਾਂ ਚਿਰ ਸੁਖ ਨਹੀਂ। ਦਿਆਲੂ ਕਿਰਪਾਲੂ ਸਾਹਿਬ ਜੀ ਮਿਹਰ ਕਰਦੇ ਨੇ ਪਰਮਾਤਮਾ ਨੂੰ ਪਾਉਣਾ, ਪਰਮਾਤਮਾ ਨਾਲ ਬਚਨ ਕਰਨੇ, ਪਰਮਾਤਮਾ ਦੇ ਬਚਨਾਂ ਦੇ ਉੱਪਰ ਭਰੋਸਾ ਕਰਨਾ। ਮਹਾਰਾਜ ਕਹਿੰਦੇ ਪਰਿਪੂਰਨ ਪਰਮਾਤਮਾ ਨੂੰ ਯਾਦ ਕਰ ਤੇ ਬਾਰ-ਬਾਰ ਕਰ। ਬਾਰ-ਬਾਰ ਪੁਕਾਰਾਂ ਕਰਨ ਦੇ ਨਾਲ ਬਾਰ-ਬਾਰ ਪਰਮਾਤਮਾ ਨੂੰ ਸਿਮਰਨ ਦੇ ਨਾਲ ਤੇਰੇ ਹਿਰਦੇ ਦੀ ਪਾਵਨਤਾ ਹੋ ਜਾਏਗੀ, ਹਿਰਦਾ ਪਵਿੱਤਰ ਹੋ ਜਾਏਗਾ। ਮਹਾਰਾਜ ਮਿਹਰ ਕਰਦੇ ਨੇ ਕਦੇ ਵੀ ਆਵੇਸ਼ਲਾਪਨ ਲਿਆ ਕੇ ਆਲਸੀ ਹੋ ਕੇ ਗੁਰੂ ਵਾਲੇ ਪਾਸੇ ਤੋਂ ਕਦਮ ਨੂੰ ਪਿੱਛੇ ਨਾ ਹਟਾ, ਅੱਗੇ ਨੂੰ ਚੱਲ। ਜਦੋਂ ਅੱਗੇ ਨੂੰ ਤੁਰੇਂਗਾ ਤੇ ਸੁਖ ਹੋਣਗੇ ਉਦਮੀ ਹੋ ਕੇ। ਮਹਾਰਾਜ ਸੱਚੀ ਸਰਕਾਰ ਮਿਹਰ ਕਰਦੇ ਨੇ ਜਦੋਂ ਇਸ ਤਰ੍ਹਾਂ ਤੂੰ ਰਾਤ ਬਾ ਦਿਨੇ ਟੁਰੇਂਗਾ ਚੱਲੇਗਾ ਅੰਦਰ ਦੀ ਦੁਨੀਆ ਵਿੱਚ, ਰਾਤ ਬਾ ਦਿਨੇ ਪੁਕਾਰਾਂ ਕਰਨ ਦੇ ਨਾਲ ਇੱਕ ਦਿਨ ਤੈਨੂੰ ਨਿਰੰਕਾਰ ਮਿਲੇਗਾ। ਸੱਚੀ ਸਰਕਾਰ ਨੇ ਬਚਨ ਕੀਤੇ ਜਦੋਂ ਜੀਵ ਪੁਕਾਰ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਅਰਦਾਸ ਕਰਦਾ ਹੈ, ਉਹ ਪਰਿਪੂਰਨ ਪਰਮਾਤਮਾ ਆਪਣੇ ਪਿਆਰੇ ਦੀ ਕੀਤੀ ਪੁਕਾਰ ਨੂੰ ਸੁਣਦਾ ਹੈ।
ਕਈ ਵੇਰ ਪੁਕਾਰ ਤਨ ਕਰਕੇ ਤਾਂ ਹੈ, ਮਨ ਚਾਹੁੰਦਾ ਨਹੀਂ, ਮਨ ਮੰਨਦਾ ਨਹੀਂ, ਮਨ ਸਹਿਮਤੀ ਨਹੀਂ ਪ੍ਰਗਟਾਉਂਦਾ। ਜਦੋਂ ਜਿਸ ਵਸਤੂ ਨੂੰ ਜਿਸ ਜਗ੍ਹਾ ਤੇ ਜਾਣ ਲਈ, ਜਿਸ ਨੂੰ ਪਾਉਣ ਦੇ ਲਈ ਮਨ ਮੰਨ ਜਾਏ, ਮਨ ਵਿੱਚ ਵਿਚਾਰ ਆ ਜਾਵੇ, ਮਨ ਨਵੇਂ ਨਵੇਂ ਤਰੀਕੇ ਲੱਭਦਾ ਹੈ ਉਹਨੂੰ ਅਪਣਾਉਣ ਦੇ, ਉੱਥੇ ਜਾਣ ਦੇ, ਉਸ ਗੱਲਬਾਤ ਨੂੰ ਕਰਨ ਦੇ, ਸੁਣਨ ਦੇ। ਮਹਾਰਾਜ ਸਾਹਿਬ ਕਹਿੰਦੇ ਜਿੱਦਣ ਜੀਵ ਤੇਰਾ ਮਨ ਮੰਨ ਗਿਆ ਨਾ, ਉਦਣ ਤੂੰ ਢੰਗ ਤਰੀਕਾ ਪੁੱਛਦਿਆਂ ਲੱਭ ਲਵੇਂਗਾ ਕਿ ਪਰਮਾਤਮਾ ਨਾਲ ਮੈਂ ਗੱਲਾਂ ਕਿਵੇਂ ਕਰਨੀਆਂ ਨੇ, ਪਰਮਾਤਮਾ ਕੋਲ ਮੈਂ ਕਿਵੇਂ ਪਹੁੰਚਣਾ ਹੈ, ਪਰਮਾਤਮਾ ਦਾ ਮਾਰਗ ਕਿਹੜਾ ਹੈ। ਮਹਾਰਾਜ ਕਹਿੰਦੇ ਉਦਣ ਲੱਭ ਲਏਗਾ। ਜਿੱਥੇ ਅੰਦਰ ਸਕੂਨ ਆਉਣਾ ਸੀ, ਅੰਦਰੋਂ ਪੁਕਾਰ ਨਿਕਲਣੀ ਸੀ, ਜਿਹੜੀ ਜਗ੍ਹਾ ਤੋਂ ਅੰਦਰੋਂ ਹਵਾ ਨੇ ਠੰਡੀ ਠਾਰ ਆਉਣਾ ਹੈ, ਉਹ ਤਾਂ ਆਵੇਗੀ ਜੇ ਉਹ ਜਗ੍ਹਾ ਠੰਡੀ ਹੋਵੇਗੀ। ਅਗਰ ਉਸ ਜਗ੍ਹਾ ਤੇ ਅੱਗ ਮੱਚਦੀ ਏ ਤੇ ਬਾਹਰ ਖਲਾ ਹੋਇਆ ਮਨੁੱਖ ਕਹੇ ਬਈ ਇਹਦੇ ਚੋਂ ਠੰਡੀ ਹਵਾ ਏ, ਐਸਾ ਨਹੀਂ। ਮਹਾਰਾਜ ਮਿਹਰ ਕਰਦੇ ਨੇ, ਜੀਵ ਦੇ ਹਿਰਦਾ ਜਿਹੜਾ ਹੈ ਉਹ ਦੁੱਖਾਂ ਦੇ ਨਾਲ ਭਰਿਆ ਪਿਆ, ਤੇ ਦੁਖੀ ਦੇ ਅੰਦਰੋਂ ਅਸੀਂ ਸੁੱਖ ਦੀ ਆਵਾਜ਼ ਕਿਸ ਤਰ੍ਹਾਂ ਚਾਹੁੰਦੇ ਹਾਂ। ਜਿੱਥੇ ਅੱਗ ਲੱਗੇ, ਜਿੱਥੇ ਤਪਸ਼ ਹੈ, ਉੱਥੋਂ ਸ਼ਾਂਤੀ ਵਾਲੀ ਹਵਾ ਕਿਵੇਂ ਚਾਹੁੰਦੇ ਹਾਂ। ਜਿੱਥੇ ਹੈ ਦੁੱਖ, ਉੱਥੋਂ ਸੁੱਖ ਦੀ ਆਵਾਜ਼, ਸੁੱਖ ਕਿਵੇਂ ਔਰ ਬਾਹਰ ਨੂੰ ਆ ਸਕਦਾ ਹੈ। ਮਹਾਰਾਜ ਮਿਹਰ ਕਰਦੇ ਨੇ, ਸੰਸਾਰ ਦੇ ਅੰਦਰ ਸੰਸਾਰੀ ਜੀਵ ਦੁਖੀ ਨੇ। ਇਹਨਾਂ ਨੇ ਸੰਸਾਰ ਦੇ ਅੰਦਰ ਜੋ ਕੁਝ ਮੰਗਿਆ ਮਾਲਕ ਤੋਂ ਮਿਲਿਆ। ਅਸੀਂ ਕਾਰੋਬਾਰ ਦੀ ਵਰਦਗੀ ਲਈ ਅਰਦਾਸ ਕੀਤੀ, ਪ੍ਰਾਰਥਨਾ ਕੀਤੀ, ਉਹ ਮਿਲਿਆ। ਬਿਨਾਂ ਮੰਗੇ ਕੁਝ ਨਹੀਂ ਮਿਲਦਾ। ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਆਪ ਨਾ ਦੇਵੋ ਤਾਂ ਲੇਵੋ ਮੰਗੇ, ਤੂੰ ਨਾ ਦੇਂਗਾ ਤੇ ਮੈਂ ਆਪੇ ਮੰਗ ਲਵਾਂਗਾ। ਮਹਾਰਾਜ ਕਹਿੰਦੇ ਨੇ ਜੋ ਕੁਝ ਅੱਜ ਤੱਕ ਸਾਨੂੰ ਮਿਲਿਆ ਹੈ ਨਾ ਸੰਸਾਰੀਆਂ ਨੂੰ, ਬਿਨਾਂ ਮੰਗਿਆ ਨਹੀਂ ਜੇ ਮਿਲਿਆ, ਮਿਲਿਆ ਹੈ ਪਰਮਾਤਮਾ ਤੋਂ, ਦਿੱਤਾ ਹੈ ਪਰਮਾਤਮਾ ਨੇ, ਔਰ ਮਿਲਿਆ ਉਹ ਆ ਜੋ ਅਸੀਂ ਮੰਗਿਆ। ਮਨੁੱਖ ਇਹ ਗੱਲ ਕਹੇਗਾ ਬਈ ਮੈਂ ਤਾਂ ਸੁੱਖ ਮੰਗਿਆ, ਮੈਂ ਤਾਂ ਘਰ ਦੀ ਵਰਦਗੀ ਮੰਗੀ, ਮੈਂ ਤਾਂ ਘਰ ਦੇ ਜਿਹੜੇ ਸੈਨਾ ਸਕੂਨ ਕੁਨਾ ਵਸਤੂਆਂ ਮੰਗੀਆਂ, ਪਰ ਰਫੜ ਪਾਉ ਕਿੱਥੋਂ ਆ ਗਈਆਂ ਮੇਰੇ ਘਰੇ, ਮੇਰੇ ਜੀਵਨ ਵਿੱਚ ਇਹ ਕਿੱਥੋਂ ਉਤਰ ਆਈਆਂ। ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਇਸ ਨੁਕਤੇ ਨੂੰ ਸਮਝਿਆ ਜੇ। ਇੱਕ ਰਿਸ਼ਤੇਦਾਰ ਬੜਾ ਵੱਡਾ ਹੈ ਤੇ ਉਸ ਨੂੰ ਕਿਹਾ ਸੱਜਣਾ ਮੈਨੂੰ ਕੁਝ ਵਸਤੂ ਚਾਹੀਦੀਆਂ, ਕਹਿੰਦਾ ਕੋਈ ਨਹੀਂ ਲੈ ਲਵੇਂ, ਦੇ ਦਿਆਂਗੇ। ਉਹਨੂੰ ਕਿਹਾ ਕਿ ਗੁਆਂਢੀ ਵਾਸਤੇ ਵੀ ਵਸਤੂ ਚਾਹੀਦੀਆਂ ਨੇ, ਮੇਰਾ ਯਾਰ ਗੁਆਂਢੀ ਵੀ, ਉਹਦਾ ਵੀ ਆਰਥਿਕ ਪੱਖ ਬਹੁਤ ਮਾੜਾ ਹੈ, ਗਰੀਬ ਹੈ, ਜਾਂ ਆਪਣੇ ਦੂਜੇ ਰਿਸ਼ਤੇਦਾਰ ਲਈ ਕਹਿ ਲਓ, ਉਹ ਆਪਣੇ ਮਿੱਤਰ ਤੋਂ, ਸੱਜਣ ਤੋਂ, ਰਿਸ਼ਤੇਦਾਰ ਤੋਂ ਉਹ ਵਸਤੂ ਲੈਂਦੀਆਂ, ਆਪਣੀਆਂ ਵੀ ਲੈ ਆਉਂਦੀਆਂ, ਦੂਜੇ ਦਾ ਹਿੱਸਾ ਵੀ ਲੈ ਆਉਂਦਾ ਹੈ। ਜਦ ਦੂਜੇ ਦਾ ਹਿੱਸਾ ਲੈ ਆਉਂਦਾ ਹੈ ਤੇ ਉਹ ਅੱਗੇ ਅਸੀਂ ਉਹਦੇ ਤੱਕ ਪਹੁੰਚਾ ਨਹੀਂ ਸਕੇ। ਜਿਹਦਾ ਹਿੱਸਾ ਲੈ ਆਉਂਦਾ ਹੈ ਉਹਦੇ ਤੱਕ ਪਹੁੰਚਾ ਨਹੀਂ ਸਕੇ। ਮਾਨੋ ਬੀਜ ਉਹਦਾ ਵੀ ਲੈ ਆਉਂਦਾ ਹੈ, ਉਹਦੀ ਜ਼ਮੀਨ ਵਿੱਚ ਜਾ ਕੇ ਬੋ ਨਹੀਂ ਸਕੇ, ਉਹ ਬੋਇਆ ਨਹੀਂ, ਉਹ ਸਾਡੇ ਘਰ ਵਿੱਚ ਰਹਿ ਗਿਆ ਤੇ ਉਹ ਖਾਤੇ ਕਿਹਦੇ ਪਿਆ। ਜਿਹੜਾ ਕਿਸੇ ਤੋਂ ਚੀਜ਼, ਵਸਤੂ, ਬੀਜ ਆਦ ਅੱਗੋਂ ਮੰਗ ਕੇ ਲਿਆਂਦਾ ਹੈ, ਬੇਸ਼ੱਕ ਉਹ ਕਿਸੇ ਲਈ ਲਿਆਂਦਾ ਹੈ, ਆਪਣਾ ਹਿੱਸਾ ਤਾਂ ਅਸੀਂ ਆਪਣੇ ਘਰ ਰੱਖ ਲਿਆ ਹੈ, ਉਹਦਾ ਹਿੱਸਾ ਵੀ ਘਰੇ ਰੱਖ ਲਿਆ, ਅੱਗੇ ਪਹੁੰਚਾਉਣ ਦੀ
ਸਾਡੇ ਵਿੱਚ ਤਾਕਤ ਨਹੀਂ ਜਾਂ ਪਹੁੰਚ ਨਹੀਂ ਕਰ ਸਕੇ, ਉਹ ਹੁਣ ਸਾਡੇ ਘਰੇ ਹੀ ਆ ਨਾ, ਤੇ ਉਹ ਵਰਤੋਂ ਵਿਵਹਾਰ 'ਚ ਕਿਹਦੇ ਆਵੇਗਾ ਬਈ? ਆਪਣੇ ਹੀ ਆਉਣਾ ਨਾ, ਜਿਹੜੀ ਆਪਣੇ ਘਰ ਵਿੱਚ ਚੀਜ਼ ਹੈ। ਇਹਨੂੰ ਹੁਣ ਇਹਦਾ ਦੁਸਤਰ ਪੱਖ ਸਮਝ ਲੈਣਾ। ਅਸੀਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਅੱਲਾ ਰਾਮ ਜਿਹੜਾ ਭਗਵਾਨ ਹੈ ਨਾ, ਉਹਦੇ ਤੋਂ ਮੰਗਿਆ, ਮਹਾਰਾਜ ਮੈਨੂੰ ਸੁੱਖ ਚਾਹੀਦਾ ਹੈ, ਮੈਨੂੰ ਸੁਵਿਧਾਵਾਂ ਚਾਹੀਦੀਆਂ ਨੇ, ਮੈਨੂੰ ਪਰਿਵਾਰ ਦੀ ਵਰਦਗੀ ਚਾਹੀਦੀ ਹੈ, ਮੈਨੂੰ ਸੰਸਾਰ ਦੀ ਵਰਦਗੀ ਚਾਹੀਦੀ ਹੈ, ਮੈਨੂੰ ਕਾਰੋਬਾਰ ਦੀ ਵਰਦਗੀ ਚਾਹੀਦੀ। ਮਹਾਰਾਜ ਕਹਿੰਦੇ ਤੂੰ ਆਉਣਾ ਹੈ, ਲੈ ਜਾ, ਮਿਲੇਗਾ। ਬੱਚੇ ਵੀ ਮਿਲਣਗੇ, ਘਰ ਦਾ ਸਕੂਨ ਵੀ ਮਿਲੇਗਾ, ਪਰਿਵਾਰ ਵੀ ਮਿਲੇਗਾ, ਕਾਰੋਬਾਰ ਵੀ ਮਿਲੇਗਾ, ਲੈ ਜਾ। ਕੁਝ ਅਸੀਂ ਸੁੱਖ ਮੰਗੇ ਤੇ ਇਹ ਆਪਣੇ ਲਈ ਮੰਗੇ, ਜਿਹੜੇ ਸੁੱਖ ਮੰਗੇ ਨਾ ਇਹ ਆਪਣੇ ਲਈ ਮੰਗੇ ਤੇ ਸਾਨੂੰ ਮਿਲ ਗਏ, ਭੋਗਦੇ ਪਏ। ਇੱਕ ਸਾਡੀ ਸੰਸਾਰ ਦੇ ਵਿੱਚ ਈਰਸ਼ਾ ਭੜਕਦੀ ਹੈ, ਤੇ ਜਦੋਂ ਈਰਸ਼ਾ ਭੜਕਦੀ ਹੈ ਨਾ, ਮਨੁੱਖ ਨੂੰ ਕ੍ਰੋਧ ਆਉਂਦਾ ਹੈ, ਵਿਰੋਧ ਆਉਂਦਾ ਹੈ, ਗੁੱਸਾ ਆਉਂਦਾ ਹੈ। ਕਹਿੰਦਾ ਅੱਗ ਲਾ ਕੇ ਫੂਕ ਦਿਆਂ ਮੈਂ ਇਹਦੇ ਘਰ ਨੂੰ, ਮੇਰਾ ਵਸ ਚੱਲੇ ਨੂੰ ਮੈਂ ਮਚਾ ਦਿਆਂ। ਮਾਲਕਾ ਇਹਦੀ ਲੱਤ ਤੋੜ ਦੇ, ਮਾਲਕਾ ਇਹਦੇ ਪਵਾ ਦੇ ਵੈਣ, ਪਿੱਟਣੇ ਪਵਾ ਦੇ। ਕਹਿੰਦਾ ਨਾ ਹੁਣ ਮਾਲਕ ਤੋਂ ਹੀ ਮੰਗਿਆ ਹੈ ਨਾ, ਮਾਲਕ ਨੇ ਉਹ ਦੇ ਦਿੱਤਾ, ਉਹ ਦੇ ਦਿੱਤਾ। ਮਾੜਾ ਜਿਹੜਾ ਸੀ ਉਹ ਵੀ ਦੇ ਦਿੱਤਾ। ਹੁਣ ਮੰਗਿਆ ਤੇ ਮਿਲਿਆ, ਅਨ ਮੰਗਿਆ ਕੁਝ ਨਹੀਂ ਮਿਲਿਆ। ਜੋ ਵੀ ਹੈ ਬੇਸ਼ੱਕ ਉਹ ਕਿਸੇ ਲਈ ਮੰਗਿਆ, ਹੁਣ ਉਹ ਸਾਨੂੰ ਦਾਤ ਮੰਗੀ ਮਿਲ ਗਈ ਹੈ, ਅਸੀਂ ਅੱਗੇ ਪਹੁੰਚਾ ਨਹੀਂ ਸਕੇ, ਉਹਦੇ ਤੱਕ ਉਹ ਪਹੁੰਚੀ ਨਹੀਂ। ਫਿਰ ਉਹ ਸਾਡੇ ਘਰੇ ਗੁਥਲ ਮੁਥਲ ਕੀਤੀ ਜਾਂਦੀ। ਉਹ ਦੁੱਖ ਵੀ ਸਾਨੂੰ ਮੰਗੇ ਹੋਏ ਮਿਲੇ ਨੇ, ਬੇਸ਼ੱਕ ਉਹ ਕਿਸੇ ਲਈ ਮੰਗੇ ਨੇ। ਮੰਗੇ ਤਾਂ ਅਸੀਂ ਸੀ ਨਾ, ਇਹਦੇ ਘਰੇ ਬਿਮਾਰੀ ਆ ਜੇ, ਇਹਦਾ ਬੇੜਾ ਗਰਕ ਹੋ ਜੇ, ਇਹਦਾ ਆਹ ਹੋ ਜੇ, ਉਹ ਹੋ ਜੇ। ਹੁਣ ਇਹ ਗੱਲਾਂ ਮੰਗੀਆਂ ਤਾਂ ਅਸੀਂ ਸੀ ਨਾ, ਤੇ ਉਹ ਪਹਿਲਾਂ ਸਾਡੇ ਕੋਲ ਹੀ ਆਉਣਗੀਆਂ ਨਾ, ਫੇਰ ਹੀ ਕਿਸੇ ਨੂੰ ਦਿਆਂਗੇ ਨਾ। ਹੁਣ ਕੋਈ ਮਿੱਤਰ ਹੈ ਆਪਣੇ ਸੱਜਣ ਲਈ ਕੋਈ ਦਵਾਈ ਲੈਣ ਚਲਾ ਜਾਵੇ, ਪਹਿਲਾਂ ਤਾਂ ਦਵਾਈ ਉਹਦੇ ਕੋਲ ਹੀ ਆਏਗੀ ਨਾ। ਜੇ ਅੱਗੇ ਉਹਨੇ ਪਹੁੰਚਾਤੀ ਨਹੀਂ ਤੇ ਉਹਦੇ ਘਰੇ ਹੀ ਰਹੇਗੀ। ਅਸੀਂ ਅੱਗੇ ਸਾਡੇ 'ਚ ਇੰਨੀ ਤਾਕਤ ਨਹੀਂ ਸੀ, ਦੁੱਖ ਅਸੀਂ ਅੱਗੇ ਕਿਸੇ ਨੂੰ ਪਹੁੰਚਾ ਸਕਦੇ, ਚੋਟ ਕਿਸੇ ਨੂੰ ਅੱਗੇ ਪਹੁੰਚਾ ਸਕਦੇ। ਉਹ ਚੋਟਾਂ ਜਿਹੜੀਆਂ ਮੰਗੀਆਂ ਸੀ ਉਹ ਅਸੀਂ ਆਪ ਖੁਦ ਖਾਂਦੇ ਹਾਂ। ਇਸ ਲਈ ਵਿਦਵਾਨ ਮਹਾਂਪੁਰਸ਼ ਕਹਿੰਦੇ, ਬੰਦੇ ਤੂੰ ਜਿੱਥੇ ਆਪਣਾ ਭਲਾ ਮੰਗਦਾ ਹੈ ਨਾ, ਕਿਸੇ ਦਾ ਭਲਾ ਮੰਗ। ਮਹਾਰਾਜ ਨੇ ਵੀ ਕਿਹਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੂੰ ਸਰਬੱਤ ਦਾ ਭਲਾ ਮੰਗੇ, ਸਾਰਿਆਂ ਵਾਸਤੇ ਰੱਬ ਤੇਰੀ ਆਸ ਪੂਰੀ ਕਰੇਗਾ। ਜੇ ਗਾਂ ਨਹੀਂ ਪਹੁੰਚਾ ਸਕੇਗਾ, ਤੇਰੇ ਕੋਲ ਭਲਾ ਰਹਿ ਜਾਏਗਾ, ਬੁਰਾ ਨਹੀਂ ਰਹੇਗਾ। ਅਗਰ ਬੁਰਾ ਚਿਤਵੇਂਗਾ, ਬੁਰਾ ਮੰਗੇਗਾ, ਅੱਗੇ ਤੂੰ ਕਰ ਨਹੀਂ ਸਕਣਾ, ਤੇਰਾ ਆਪਣਾ ਹੀ ਹੋ ਜਾਣਾ ਹੈ, ਆਪਣਾ ਹੀ ਹੋ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨ ਜਿਹੜਾ ਹੈ ਐਸੇ ਹਾਲਾਤਾਂ 'ਚ ਗੁਜ਼ਰਦਾ, ਮਨ ਜਿਹੜਾ ਹੈ ਐਸ਼ਾਈ ਦੇ ਨਾਲ ਬੁਰਿਆਈ ਨੂੰ ਇਕੱਠੀ ਕਰਦਾ ਹੈ, ਤੇ ਇਸੇ ਤਰ੍ਹਾਂ ਹੀ ਐਸ਼ਾਈ ਚੰਗੇ ਗੁਣ ਅਸੀਂ ਆਪਣੇ ਵੀ ਇਕੱਠੇ ਕਰਦੇ ਹਾਂ। ਸੰਗਤ ਦੱਸਦੇ, ਮੈਂ ਕਿੱਥੇ ਕਿੱਥੇ ਕਥਾ ਕੀਤੀ, ਮੈਂ ਕਿੱਥੇ ਕਿੱਥੇ ਨੂੰ ਬਾਣੀ ਪੜ੍ਹਾਈ, ਮੈਂ ਕਿੱਥੇ ਜਾ ਕੇ ਸੰਥਿਆ ਕੀਤੀ, ਮੈਂ ਦੱਸਾਂਗਾ। ਕਿੱਥੇ ਕਿੱਥੇ ਮੈਂ ਗੁਸਤਾਖੀਆਂ ਕੀਤੀਆਂ, ਕਿੱਥੇ ਕਿੱਥੇ ਮੈਂ ਗੁਨਾਹ ਕੀਤੇ, ਇਹ ਨਹੀਂ ਮੈਂ ਦੱਸਾਂਗਾ, ਕਿਉਂਕਿ ਉਹ ਮੇਰੇ ਤੇ ਗੱਲ ਆ ਗਈ। ਪਰ ਹੈ ਤਾਂ ਮੇਰੇ ਵਿੱਚ ਹੀ ਨਾ, ਜਾਣੀਆਂ ਤੇ ਨਹੀਂ ਨਾ ਬਾਹਰ। ਕੁਝ ਮੇਰੀਆਂ ਆਪਣੀਆਂ ਨੇ ਗੁਸਤਾਖੀਆਂ, ਕੁਝ ਮੈਂ ਜਾਣਦਾ ਜਿਹੜਾ ਮੇਰਾ ਨਾਲ ਮਿੱਤਰ ਸੀ, ਉਹਨੇ ਕਿੰਨੀਆਂ ਕੀਤੀਆਂ, ਉਹ ਵੀ ਮੇਰੇ ਕੋਲ ਨੇ, ਮੇਰੇ ਖਜ਼ਾਨੇ ਵਿੱਚ ਨੇ। ਉਹਦੇ ਮਿੱਤਰ ਨੇ ਕਿੰਨੀਆਂ ਕੀਤੀਆਂ, ਉਹਦੇ ਮਿੱਤਰ ਨੇ ਕਿੰਨੀਆਂ ਕੀਤੀਆਂ, ਰਿਸ਼ਤੇਦਾਰ ਦੇ ਮਿੱਤਰ ਨੇ। ਅਸੀਂ ਲੋਕਾਂ ਦਾ ਹੀ ਕੂੜਾ ਕਰਕਟ ਜਿਹੜਾ ਹੈ ਨਾ, ਆਪਣੇ ਅੰਦਰ ਜਿਹਨ 'ਚ ਭਰਿਆ ਹੋਇਆ ਹੈ। ਜਿਨ੍ਹਾਂ ਦੇ ਵਿੱਚ ਬੁਰਿਆਈ ਤੱਕੀਏ, ਉਹਨਾਂ ਵਿੱਚ ਇੱਕ ਇੱਕ ਗੱਲ ਚੰਗੀ ਜ਼ਰੂਰ ਹੋਵੇਗੀ। ਜੇ ਉਹ ਆਸ਼ਾਈ ਉਹਨਾਂ 'ਚੋਂ ਗ੍ਰਹਿਣ ਕੀਤੇ ਹੁੰਦੇ, ਹਰ ਬਗੀਚੇ 'ਚੋਂ ਹਰ ਪੌਦੇ ਨਾਲੋਂ ਇੱਕ ਇੱਕ ਫੁੱਲ ਗ੍ਰਹਿਣ ਕੀਤਾ ਹੁੰਦਾ ਨਾ, ਤੇ ਗੁਰਮੁਖੋ ਟੋਕਰੀ ਭਰ ਜਾਂਦੀ, ਹਿਰਦਾ ਭਰ ਜਾਂਦਾ। ਪਰ ਅਸੀਂ ਕੰਡੇ ਦੇਖੇ, ਕੰਡੇ ਕੀਤੇ, ਤੇ ਕੰਡੇ ਜਿਹੜੇ ਕਦੇ ਸੁੱਖ ਨਹੀਂ ਦਿੰਦੇ, ਉਹ ਚੁੱਭਦੇ ਨੇ, ਕਿਤੇ ਨੂੰ ਕਿਤੇ ਚੁੱਭਦੇ ਨੇ। ਗੁਸਤਾਖੀਆਂ ਇਕੱਠੀਆਂ ਕੀਤੀਆਂ, ਫਰੇਬ ਇਕੱਠੇ ਕੀਤੇ, ਉਹ ਚੁੱਭਦੇ ਨੇ। ਮਹਾਰਾਜ ਕਹਿੰਦੇ, ਤੇਰੀ ਅਰਦਾਸ
तेरी प्रार्थना ये होवे हर एक दा भला जिहदे विच होवे, तू सबना दा भला मन, और जदों मंगेगा उहदे विच तेरे कोल पहला आउणा है। वो सारियां लई जिहड़ी वस्तु आउणी ना, तेरे कोल पहला आ जानी मंगण वाले दे, ते फिर तू माला माल पहला हो जावेगा, दूजे बाद च होणगे। इसे तरह ही दुख गुस्ताखियां ने। मनुख जदों किसे लिए कुछ मंगदा है ना, और किसी का बुरा सोचण तो पहला ये चितव लैना, उहदा होण तो पहला मेरे कोल आ जाना है, तो उन्हें मैनू भी खराब करना, मेरे घरे वस्तु आई तो। महाराज साहब कहते इसलिए मनुख तो किसी का माड़ा चितवना, तो चंगा ही सोच, माड़ा तेरे सामने आ, अरदास कर वैगुरू इहदा भला कर, वैगुरू इहदा भला कर, वैगुरू इहदा भला कर। गुरु तेग बहादुर साहब महाराज दे उपर धीर मल ते शीहा मसंद गोली चलाते ने, ते उन्हें गोली चलाई है। गुरु तेग बहादुर महाराज कहते भले धीर मल, भले धीर मल धीर, बहु बार कहो सतगुरु गहीर। महाराज ने एक बार नहीं बहुत बार किया, धीर मल सतगुरु तेरा भला करे, तेरा भला करे, तेरा भला करे, तेरे मन नूं शांति देवे, तेरे तन नूं शांति देवे, तेनू टकाओ देवे, गुरु तेरे ते मेहर करे। जदों इहो जी बृत्ति सिख दी बन गई ना, बुरे दा भला कर, बाबा फरीद साहब ने तो पहले ही किया है, बाणी पढ़ देना, फरीदा बुरे दा भला कर। असी बाणी सुनते हैं, पढ़ते हैं, मेरी तरह असर को नहीं करते। मैं इधरों पढ़ लैना, इधर तुहानू सुना देना, भांडा खाली दा खाली, तुसीं इत्थों सुन लैने हो, अगे सुना देने हो, भांडा तुहाडा भी खाली, मेरा भी खाली, ना मैं अंदर रखिया ना तुसीं रखिया। इनू कुछ ना कुछ जीवन विच लागू करिए। महाराज कहते फरीदा बुरे दा भला कर, गुस्सा मन ना हंडाए। ते साडे अंदर किन्ना गुस्सा है भी हुण ध्यान रख लेना। मैनू अपने गुस्से का पता, तुहानू अपने का पता, दूजे नू अपने का पता है। गुस्सा मन ना हंडाए, देही रोग ना लगे। जे तू ये ना करेगा, तेरे शरीर नू रोग नहीं लगता। रोग लोकां दे, रोगत लोकां नू करन लई वो रोग तेनू चिंबड़ गए। गुस्सा मन ना हंडाए, देही रोग ना लगई, पल्ले सब कुछ पाए। तू कहना मेरे पल्ले कुछ नहीं पिया, सारा कुछ पै जाएगा अगर ये तो बच जावे। महाराज कबीर साहब बचन कहते, मैं संखेप च अर्ज करा। महाराज कबीर साहब कहते ने, संसार दे अंदर शरीर धारियां ने, इन्ने अपने दुख करके मनुख दुखी नहीं है, जिन्हें दूजे दे सुखी देख के दुखी ने। ये कोल सुख क्यों आ गया? महाराज साहब कहते अंदर अपने नू पवित्र कर, तेरे अंदर तेरे हिरदे दे अंदर तां शांति आनी जे शुभ गुण होए, शुभ विचार होए। तेरा भला तां होना है जे तू भला कीता। जो कुछ असी संसार नू विचार देने, वो परत के पलट के साडे कोल आंदे ने, दुगने चौगने होके, 10 गुना होके। बुरा किसे लिए चितवदे हो, अज जो दिता है ये 10 गुना वध के साडे कोल आउणा है। समझ लेना, ध्यान रखना, किसी का बुरा ना चितवना, ना बुरा करना। महाराज कबीर साहब कहते आ, कबीर काया कजली बन भया, मन कुंचर मैं मंत। कहते संसार दे विच रहंदियां होइयां जिहड़ी एक काया सी ना, शरीर सी, ये कह लगे कदली बन बन गया। कदली मैना केला हुंदा है, केलियां दा बन बन गया, केलियां दा ही जंगल बन गया। इस आम के इलाके विच ना एक कदली जंगल है, ते उत्थे जे उस जंगल दे विच हाथी बहुत रहिंदे ने, उहदा नाम कदली जंगल ही है।
ਮਹਾਰਾਜ ਕਹਿੰਦੇ ਨੇ ਇਹ ਸਰੀਰ ਜਿਹੜਾ ਹੈ ਇੱਕ ਕੇਲਿਆਂ ਦਾ ਜੰਗਲ ਬਣ ਗਿਆ। ਇੰਨੇ ਜ਼ਿਆਦੇ ਇੰਨੇ ਜ਼ਿਆਦੇ ਇੰਨੇ ਜ਼ਿਆਦੇ ਮੁੱਕਣ ਚ ਨਹੀਂ ਆਉਂਦੇ। ਕਹਿੰਦੇ ਬਹੁਤ ਵੱਡਾ ਜੰਗਲ ਹੈ, ਜੰਗਲ ਬਿਆਬਾਨ ਹੈ। ਸਰੀਰ ਦੇ ਅੰਦਰ ਫੁਰਨੇ ਵਿਚਾਰ ਖਿਆਲਾਤ ਇੰਨੇ ਜ਼ਿਆਦੇ ਇੰਨੇ ਜ਼ਿਆਦੇ ਇੰਨੇ ਜ਼ਿਆਦੇ ਇਹ ਮੁੱਕਣ ਚ ਹੀ ਨਹੀਂ ਆਉਂਦੇ। ਪਤਾ ਹੀ ਨਹੀਂ ਕਿੰਨੇ ਕੁ ਨੇ, ਪਰ ਹੈ ਕੇਲੇ ਦੀ ਨੁਮਾ ਕੋਬਲ। ਮਹਾਰਾਜ ਕਹਿੰਦੇ ਬਨ ਭਇਆ, ਜੰਗਲ ਹੋ ਗਿਆ। ਮਨ ਕੁੰਚਰ ਮੈਂ ਮੰਤ, ਕੇਲਿਆਂ ਦਾ ਜੰਗਲ ਹੋਵੇ, ਉਹਦੇ ਵਿੱਚ ਮਸਤ ਹਾਥੀ ਹੋਵੇ, ਟਹਿਲਦਾ ਫਿਰੇ, ਨਸ਼ੇ ਦੇ ਵਿੱਚ ਗੁੰਥੜ ਹੋਇਆ, ਸਾਰੇ ਨੂੰ ਭੰਨ ਦੇਵੇਗਾ, ਨਾਸ਼ ਕਰ ਦੇਵੇਗਾ, ਬਰਬਾਦ ਕਰ ਦੇਵੇਗਾ। ਕਹਿੰਦੇ ਸਜਣਾ ਤੇਰਾ ਮਨ ਜਿਹੜਾ ਹੈ ਨਾ ਇਹ ਹਾਥੀ ਹੋ ਗਿਆ ਹੈ, ਹੰਕਾਰ ਦੇ ਨਸ਼ੇ ਦੇ ਵਿੱਚ ਮਸਤਿਆ ਹੋਇਆ ਹੈ। ਤੇ ਮਸਤਿਆ ਹੋਇਆ ਅੰਦਰ ਦੇ ਜਿਹੜੇ ਸ਼ੁਭ ਖਿਆਲਾਤ ਹੈ ਨਾ, ਜਿਨ੍ਹਾਂ ਨੇ ਸੁਗੰਧਤਾ ਦੇਣੀ, ਸਭ ਭਰਨ ਤੋੜੀ ਜਾਂਦਾ ਹੈ, ਸਾਰਿਆਂ ਨੂੰ ਮਰੋੜੀ ਜਾਂਦਾ ਹੈ, ਨਸ਼ਟ ਕੀਤੀ ਜਾਂਦਾ, ਖਤਮ ਕੀਤੀ ਜਾਂਦਾ ਹੈ। ਮਹਾਰਾਜ ਕਹਿੰਦੇ ਅੰਕੁਸ਼ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਕਹਿੰਦੇ ਮਨ ਹਾਥੀ ਨੂੰ ਵਸ ਕਰਨ ਵਾਸਤੇ ਸਿਆਣੇ ਜਿਹੜੇ ਪਕੜਨ ਵਾਲੇ ਨੇ ਉਹ ਕੁੰਡਾ ਇਹਦੇ ਸਿਰ ਤੇ ਧਰਦੇ। ਇੱਕ ਤਿੱਖਾ ਕੁੰਡਾ ਹੁੰਦਾ ਹੈ, ਪਹਿਲਾਂ ਨੂੰ ਮਾਰ ਮਾਰ ਕੇ ਉੱਤੋਂ ਡਰਾਇਆ ਹੁੰਦਾ ਹੈ। ਫਿਰ ਉਹ ਜਿਹੜਾ ਉੱਤੇ ਮਹਾਵਤ ਹੁੰਦਾ ਹੈ ਨਾ ਬੈਠਾ, ਉਹ ਕੁੰਡੀ ਜੀ ਇਹਦੇ ਕੰਨ ਨਾਲ ਲਾਉਂਦਾ ਤੇ ਉਹ ਵਿਚਾਰਾ ਰੁਪਈਆ ਰੁਪਈਆ ਸੋਨਾ ਮੰਗਦਾ ਫਿਰਦਾ। ਹਾਥੀ ਐਂ ਥੋੜਾ ਕਰਦਾ। ਇਹ ਕਿਤੇ ਜੰਗਲ 'ਚ ਇਹਨਾਂ ਨੂੰ ਦੇਖਿਆ ਤੇ ਜੰਗਲੀ ਹਾਥੀ ਪਕੜੇ ਨੇ। ਜੰਗਲੀਆਂ ਦੇ ਵਿੱਚ ਕਿੰਨੀ ਕਿੰਨੀ ਤਾਕਤ ਹੈ। ਹੁਣ ਹਾਥੀ ਆਪਣੀ ਆਈ ਤੇ ਆ ਜੇ ਤੇ ਉੱਪਰਲੇ ਨੂੰ ਸੁੰਨ ਪਾ ਕੇ ਤੇ ਉਹਦੀ ਗਿੱਚੀ ਮਰੋੜ ਕੇ ਥੱਲੇ ਸਿੱਟ ਦੇਵੇ, ਪਰ ਉਹ ਕੁੰਡੇ ਤੋਂ ਡਰਦਾ ਹੈ। ਮਹਾਰਾਜ ਕਹਿੰਦੇ ਹਾਥੀ ਜਿਹੜਾ ਮਨ ਆ ਨਾ ਇਹ ਆਪਣੀ ਆਈ ਤੇ ਆ ਜਾਵੇ, ਵੱਡੇ ਵੱਡੇ ਰਾਜ ਪਾਟ ਜਿਹੜੇ ਰਾਜਿਆਂ ਨੂੰ ਤਬਾਹ ਕਰ ਦਿੰਦਾ, ਵੱਡੇ ਵੱਡੇ ਰਿਸ਼ੀਆਂ ਨੂੰ ਤਬਾਹ ਕਰ ਦਿੰਦਾ ਹੈ, ਬਰਬਾਦ ਕਰ ਦਿੰਦਾ ਹੈ। ਪਰ ਕਹਿੰਦੇ ਅੰਕੁਸ਼, ਅੰਕੁਸ਼ ਮੈਨਾ ਕੁੰਡਾ ਹੁੰਦਾ ਹੈ। ਕਹਿੰਦੇ ਇਹਦੇ ਉੱਪਰ ਗਿਆਨ ਦਾ ਕੁੰਡਾ ਰਤਨ ਹੈ। ਜਿਹੜਾ ਗੁਰੂ ਦਾ ਗਿਆਨ ਰਤਨ ਹੈ ਨਾ, ਉਹ ਮਨ ਦੇ ਉੱਪਰ ਕੁੰਡਾ ਮਾਰ, ਉਹਦਾ ਡਰ ਦੇ ਇਹਨੂੰ, ਉਹਦੇ ਤੋਂ ਡਰੇ। ਔਰ ਉਹ ਕੁੰਡਾ ਹੋਵੇ ਤੇ ਐਸੇ ਕੁੰਡੇ ਨਾਲ ਜਿਹੜੇ ਹਾਥੀ ਦੇ ਉੱਪਰ ਬੈਠ ਗਏ ਉਹਨਾਂ ਹਾਥੀ ਵਸੀਕਾਰ ਕਰ ਲਿਆ। ਕਹਿੰਦੇ ਖੇਵਟ ਬਿਰਲਾ ਸੰਤ, ਵਿਰਲਾ ਕੋਈ ਮਹਾਤਮਾ ਗੁਰਸਿੱਖ ਜਿਹਨੇ ਮਨ ਦੇ ਉੱਪਰ ਗਿਆਨ ਰੱਖ ਕੇ ਬੈਠ ਗਿਆ ਹੈ। ਮਨ ਉਹਦੇ ਅਧੀਨ ਚੱਲਦਾ ਹੈ। ਜਿਹਨੂੰ ਕਹਿੰਦਾ ਹੈ ਆਪਣੀ ਮਨਮਾਨੀ ਦੇ ਨਾਲ ਸੰਸਾਰ ਜੰਗਲ ਨੂੰ, ਵਿਚਾਰ ਜੰਗਲ ਨੂੰ ਬਰਬਾਦ ਨਹੀਂ ਕਰਦਾ, ਆਬਾਦ ਕਰਦਾ ਹੈ। ਉਹਦੇ ਵਿੱਚ ਰਹਿੰਦਾ ਹੈ, ਨੁਕਸਾਨ ਨਹੀਂ ਕਰਦਾ। ਜਿਨ੍ਹਾਂ ਸੰਤਾਂ ਸਾਧੂਆਂ ਗੁਰਸਿੱਖਾਂ ਨੇ ਮਨ ਦੇ ਉੱਪਰ ਗੁਰੂ ਦੇ ਗਿਆਨ ਦਾ ਕੁੰਡਾ ਰੱਖਿਆ ਹੈ, ਉਹ ਕੁੰਡੇ ਦਾ ਗਿਆਨ ਦਾ ਕੁੰਡਾ ਰੱਖ ਕੇ ਪ੍ਰਭੂ ਦੇ ਮਾਰਗ ਤੇ ਤੋਰ ਕੇ ਮੰਜ਼ਲ ਤੱਕ ਮਾਲਕ ਨੂੰ ਮਿਲਣਾ ਚਾਹਿਆ, ਉਹਨਾਂ ਨੂੰ ਸਿੱਧੇ ਮਾਰਗ ਤੋਰਿਆ। ਗਿਆਨ ਦਾ ਕੁੰਡਾ ਦੇ ਕੇ ਇੱਧਰ ਉੱਧਰ ਮੁੜੇ ਨਾ, ਮੰਜ਼ਲ ਮਾਲਕ ਤੱਕ ਪਹੁੰਚੇ। ਮਨ ਨੂੰ ਗਿਆਨ ਦੇ ਕੇ, ਗਿਆਨ ਗੁਰੂ ਨਹੀਂ ਹੈ, ਗਿਆਨ ਗੁਰੂ ਦਾ ਹੈ। ਗੁਰੂ ਤੱਕ ਪਹੁੰਚਣ ਲਈ ਰਸਤੇ ਦਾ ਦੀਵਾ ਹੈ। ਜੇ ਕੋਈ ਦੀਵੇ ਨੂੰ ਮੰਜ਼ਲ ਮੰਨ ਲਵੇ ਤੇ ਉਹਨੂੰ ਕਿੰਨਾ ਕੁ ਸਿਆਣਾ ਕਹਾਂਗੇ। ਗਿਆਨ ਗੁਰੂ ਦਾ ਹੈ, ਗੁਰੂ ਗਿਆਨ ਦਾ ਨਹੀਂ। ਪਤਾ ਨਹੀਂ ਗੁਰੂ ਬਾਣੀ ਪੜ੍ਹਦੇ ਵਿਚਾਰ ਕਰਦੇ ਹਾਂ, ਅਸੀਂ ਕੀ ਵਿਚਾਰਦੇ ਹਾਂ, ਕਿਹੜੀ ਬੁੱਧੀ ਨਾਲ ਵਿਚਾਰਦੇ, ਕੀ ਪਰੋਸ ਕੇ ਸੰਗਤ ਦੇ ਮੂਹਰੇ ਰੱਖਣਾ ਚਾਹੁੰਦੇ ਹਾਂ, ਕੀ ਆਪਣੇ ਆਪ ਨੂੰ ਪ੍ਰੂਫ ਕਰਨਾ ਚਾਹੁੰਦੇ ਹਾਂ। ਰੱਬ ਨੂੰ ਛੱਡ ਕੇ ਅਸੀਂ ਕਹਿੰਦੇ ਹਾਂ ਨਹੀਂ ਗਿਆਨ ਹੀ ਗੁਰੂ ਆ ਜੀ, ਹੱਦ ਹੋ ਗਈ। ਕੁਦਰਤ ਹੀ ਗੁਰੂ ਆ ਜੀ, ਹੱਦ ਹੋ ਗਈ। ਮੈਂ ਕਈ ਵਾਰ ਸੋਚਦਾ ਹੁੰਦਾ ਇਹਨਾਂ ਜਿਹੜੇ ਲੋਕ ਇਹ ਗੱਲ ਕਹਿੰਦੇ ਨਾ ਗਿਆਨ ਹੀ ਗੁਰੂ ਹੈ, ਜਿਹੜੇ ਲੋਕ ਕਹਿੰਦੇ ਕੁਦਰਤ ਹੀ ਰੱਬ ਹੈ, ਗੁਸਤਾਖੀ ਮਾਫ। ਮੇਰਾ ਆਪਣਾ ਵਿਚਾਰ ਹੈ ਬਈ ਉਹਨਾਂ ਆਸਾ ਦੀ ਵਾਰ ਨਹੀਂ ਪੜ੍ਹੀ। ਜੇ ਕਿਤੇ ਪੜ੍ਹੀ ਹੁੰਦੀ ਨਾ
ਦੋਨੇ ਚੀਜ਼ਾਂ ਪਤਾ ਲੱਗ ਜਾਂਦਾ ਵੀ ਪਰਮਾਤਮਾ ਕੁਦਰਤ ਨੂੰ ਸਾਜਣ ਵਾਲਾ, ਬਣਾਉਣ ਵਾਲਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਗਿਆਨ ਗੁਰੂ ਤੋਂ ਬਗੈਰ ਨਹੀਂ, ਤੇ ਗਿਆਨ ਨਾਲ ਮਨ ਨੂੰ ਆਕਾਗਰਤ ਕਰਕੇ, ਜਿਵੇਂ ਕੁੰਡੇ ਨਾਲ ਹਾਥੀ ਨੂੰ ਧਮਕਾ ਕੇ ਡਰਾ ਕੇ ਮਾਰਗ ਤੇ ਲੈ ਕੇ ਜਾਣਾ ਹੈ, ਗਿਆਨ ਦੀ ਛਟੀ ਲੈ ਕੇ, ਗਿਆਨ ਦਾ ਦੀਵਾ ਲੈ ਕੇ ਇਹਨੂੰ ਮੰਜ਼ਲ ਤੱਕ ਚਾਨਣੇ ਚਾਨਣੇ ਪਹੁੰਚਾਣਾ ਹੈ। ਮਾਲਕ ਦਾ ਗਿਆਨ ਹੈ, ਉਹਦੇ ਗਿਆਨ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਗਿਆਨ ਹੀ ਨਹੀਂ, ਗੁਰੂ ਤੋਂ ਬਗੈਰ। ਮਹਾਰਾਜ ਸਾਹਿਬ ਕਹਿੰਦੇ ਪਾਣੀ ਘੜੇ ਦੇ ਅੰਦਰ ਹੈ। ਕੋਈ ਕਹੇ ਮੈਂ ਘੜੇ ਦਾ ਪਾਣੀ ਪੀਣਾ ਹੈ, ਤੇ ਘੜਾ ਕਿੱਥੋਂ ਬਣਿਆ? ਘੜਾ ਕਿੱਥੋਂ ਬਣਿਆ? ਘੜੇ ਦਾ ਠੰਡਾ ਪਾਣੀ, ਸਾਫ਼ ਪਾਣੀ, ਮੈਂ ਘੜੇ ਦਾ ਹੀ ਪਾਣੀ ਪੀਣਾ ਹੈ। ਪਰ ਘੜਾ ਜਿਹੜਾ, ਜੇ ਕੋਈ ਕਹੇ ਵੀ ਇਹ ਘੜੇ ਦਾ ਪਾਣੀ ਹੈ, ਨਹੀਂ, ਉਹ ਘੜੇ ਦੀ ਦੀਵਾਰ ਕਰਕੇ ਆ, ਪਰ ਘੜਾ ਹੋਂਦ 'ਚ ਪਾਣੀ ਕਰਕੇ ਹੀ ਆਇਆ ਹੈ। ਨਹੀਂ ਤੇ ਕੱਲੀ ਮਿੱਟੀ ਦਾ ਘੜਾ ਨਹੀਂ ਬਣਦਾ। ਪਾਣੀ ਪਾਇਆ, ਉਹਨੂੰ ਗੋਇਆ, ਚੱਕ ਤੇ ਚੜਾਇਆ, ਫੇਰ ਹੀ ਉਹ ਘੜਾ ਹੋਂਦ ਵਿੱਚ ਆਇਆ ਹੈ। ਮਹਾਰਾਜ ਸਾਹਿਬ ਕਹਿੰਦੇ ਸਾਰੇ ਆਖੀ ਜਾਂਦੇ ਗਿਆਨ 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 ਹੈ, ਇਹ ਨਹੀਂ ਕਿ ਨਹੀਂ। ਜਿਵੇਂ ਉਹਨੇ ਪਾਣੀ ਨੂੰ ਚਫੇਰਿਓ ਘੇਰ ਕੇ ਰੱਖਿਆ ਹੈ ਨਾ, ਉਹਦੀ ਆਪਣੀ ਅਹਿਮੀਅਤ ਹੈ, ਪਰ ਪਾਣੀ ਦਾ ਪੈਦਾ ਕੀਤਾ ਹੈ। ਔਰ ਉਵੇਂ ਹੀ ਗਿਆਨ ਨੇ ਮਨ ਨੂੰ ਘੇਰ ਕੇ ਇੱਧਰੋਂ ਮੋੜ ਕੇ ਇੱਧਰੋਂ ਮੋੜ ਕੇ ਪਿਆਸ ਬੁਝਾਉਣ ਲਈ, ਮਿਲਾਪ ਕਰਾਉਣ ਲਈ ਗੁਰੂ ਵੱਲ ਨੂੰ ਲੈ ਕੇ ਜਾਣਾ ਹੈ। ਗੁਰ ਬਿਨ ਗਿਆਨ ਨਾ ਹੋਏ। ਪਾਣੀ, ਜਿਵੇਂ ਪਾਣੀ ਤੋਂ ਬਗੈਰ ਘੜਾ ਨਹੀਂ, ਗੁਰੂ ਤੋਂ ਬਗੈਰ ਗਿਆਨ ਨਹੀਂ ਪੈਦਾ ਹੁੰਦਾ। ਗੁਰੂ ਦਾ ਗਿਆਨ ਹੈ। ਮਹਾਰਾਜ ਮਿਹਰ ਕਰਦੇ ਨੇ, ਉਹ ਰੱਬ ਦਾ ਪਿਆਰਾ ਐਸਾ ਵਿਰਲਾ ਹੈ ਜਿਨੇ ਮਨ ਨੂੰ ਕੰਟਰੋਲ ਕਰ ਲਿਆ। ਮਨ ਹਾਥੀ ਨੂੰ ਵਸ ਵਿੱਚ ਕਰ ਲੈਣਾ ਕੀਤਾ ਹੈ। ਉਹ ਵਿਰਲਾ ਸਾਧੂ ਹੈ, ਵਿਰਲਾ ਗੁਰਸਿੱਖ ਹੈ, ਵਿਰਲਾ ਸੰਤ ਹੈ, ਜਿਹੜਾ ਮਨ ਨੂੰ ਕੰਟਰੋਲ ਕਰ ਗਿਆ। ਉਹਦਾ ਨਜ਼ਰੀਆ ਬਣ ਗਿਆ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਵੈਰੀ ਉਹਨੂੰ ਅਵਗਣ ਦਿਸਦੇ ਨੇ, ਮਨੁੱਖ ਨਹੀਂ ਦਿਸਦੇ। ਮਹਾਰਾਜ ਮਿਹਰ ਕਰਦੇ ਨੇ, ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ। ਹੁਣ ਮਨ ਨੂੰ ਵਸ ਕਰਕੇ ਹਿਰਦੇ ਵਿੱਚ ਨਾਮ ਆ ਗਿਆ, ਗਿਆਨ ਆ ਗਿਆ ਭਗਵਾਨ ਦਾ। ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਸਜਣਾ, ਇਹ ਅਮੋਲਕ ਹੀਰੇ ਨੇ, ਕੌਡੀਆਂ ਦੇ ਭਾਅ ਲੁਟਾਈ ਨਾ ਜਾਈ ਆ ਜਾਈ। ਐਵੇਂ ਆਪਣਾ ਸਮਾਂ ਬਰਬਾਦ ਨਾ ਕਰੀ। ਕੋਈ ਤੇਰੀ ਗੱਲ ਸੁਣਨ ਨੂੰ ਤਿਆਰ ਨਹੀਂ, ਤੂੰ ਬਦੋ ਬਦੀ ਉਹਨੂੰ ਸੁਣਾਉਣਾ ਹੈ, ਤੇ ਨਾਲੇ ਤੋਂ ਦੂਜੇ ਕੋਲ ਤੇਰੀ ਵਿਪਤੀ ਕਰੇਗਾ, ਨਾਲੇ ਤੇਰਾ ਮਜ਼ਾਕ ਉਡਾਏਗਾ, ਨਾਲੇ ਤੇਰਾ ਸਮਾਂ ਅਜਾਈ ਜਾਏਗਾ। ਤੂੰ ਬੰਦਗੀ ਕਰ। ਰੱਬ ਦਾ ਨਾਮ ਜਿਹੜਾ ਹੈ, ਉਹਨਾਂ ਦੇ ਮੁੱਖ ਰੂਪੀ ਜਿਹੜੀ ਕੋਥਰੀ ਗੁਥਲੀ ਹੈ, ਖਜ਼ਾਨਾ ਹੈ, ਉਹ ਭਰਿਆ ਪਿਆ ਹੈ। ਕਹਿੰਦੇ ਇਸ ਮੁਖ ਦੇ ਵਿੱਚੋਂ ਬਚਨ ਬੋਲਣੇ ਨਾ ਰੱਬ ਵਾਲੇ, ਕਿਸੇ ਪਾਰਖ ਅੱਗੇ ਖੋਲ। ਜਿਹਨੂੰ ਪਤਾ ਹੈ ਰੱਬ ਬਾਰੇ, ਗਿਆਨ ਹੈ, ਜਿਹੜਾ ਮੰਨਦਾ ਹੈ, ਭਰੋਸਾ ਕਰਦਾ ਹੈ, ਦੂਜੇ ਨਾਲ ਮੱਥਾ ਮਾਰੀ ਕਰਨ ਦਾ ਕੋਈ ਮਤਲਬ ਨਹੀਂ। ਉਹਨੇ ਸੁਣਨਾ ਹੀ ਨਹੀਂ, ਉਹਨੇ ਉਸ ਪਾਸੇ ਨੂੰ ਤੁਰਨਾ ਹੀ ਨਹੀਂ, ਉਹਨੇ ਮੰਨਣਾ ਹੀ ਨਹੀਂ, ਉਹਨੇ ਮਾੜੇ ਪਾਸੇ ਤੋਂ ਮੁੜਨਾ ਹੀ ਨਹੀਂ। ਜਦੋਂ ਉਹਨੇ ਮੁੜਨਾ ਨਹੀਂ, ਉਹਦੇ ਨਾਲ ਮੱਥਾਮਾਰੀ ਕਰਨ ਦਾ ਕੀ ਫਾਇਦਾ ਹੈ। ਮਹਾਰਾਜ ਕਹਿੰਦੇ ਪਾਰਖ ਆਗੇ ਖੋਲ। ਉਹ ਮੁੱਖ ਜਿਹਦੇ ਵਿੱਚੋਂ ਬੋਲ ਪਰਮਾਤਮਾ ਦੇ ਅਮੋਲਕ ਬੋਲਣੇ ਆ ਨਾ, ਕਿਸੇ ਪਾਰਖੂ ਅੱਗੇ ਖੋਲ, ਜਿਹਨੂੰ ਰੱਬ ਦੇ ਬੋਲਾਂ ਦੀ ਕਦਰ ਹੈ ਤੇ ਉਹ ਸੁਣੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬੇਕਦਰੇ ਬਹੁਤੇ ਨੇ, ਕਦਰ ਵਾਲੇ ਥੋੜੇ ਨੇ। ਕਈ ਵਾਰ ਤੁਸੀਂ ਦੇਖਿਆ ਜੇ ਰੱਬ ਦੀ ਗੱਲ ਕਰਿਆ ਜੇ, ਤੁਹਾਡੀ ਗੱਲ ਕੱਟ ਕੇ ਨਾ ਕੋਈ ਹੋਰ ਗੱਲਾਂ ਚਲਾ ਚਲੋ ਕੇ ਜਦੋਂ ਉਹਦੀਆਂ ਆਪਣੀਆਂ ਮੁੱਕ ਜਾਣਗੀਆਂ, ਫਿਰ ਕਹੇਗਾ ਤੂੰ ਕੋਈ ਗੱਲ ਕਰ ਰਿਹਾ ਸੀ, ਬਈ ਤੂੰ ਤਾਂ ਉਹਦਾ ਤਾਂ ਨਾਸ ਮਾਰਤਾ, ਹੁਣ ਉਹ ਕਿਹੜੀ ਗੱਲ ਭਾਲਣਾ। ਉਹ ਬੇਕਦਰੇ ਹੁੰਦੇ। ਉੱਥੇ ਬੇਸ਼ੱਕ ਚੁੱਪ ਕਰ ਰਿਹਾ ਕਰੋ। ਮਹਾਰਾਜ ਦੀ ਬਾਣੀ ਵੀ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਏ। ਰੱਬ ਦਾ ਪਿਆਰਾ ਮਿਲੇ, ਰੱਬ ਦੇ ਗੁਣਾਂ ਵਾਲਾ ਮਿਲੇ, ਰੱਬ ਦੀ ਭਾਵਨਾ ਵਾਲਾ ਮਿਲੇ, ਕੁਝ ਉਹਨੂੰ ਬਚਨ ਕਹੋ, ਕੁਝ ਉਹਦੇ ਤੋਂ ਸੁਣੋ,
ਔਰ ਮਹਾਰਾਜ ਸਾਹਿਬ ਕਹਿੰਦੇ ਆ ਸੰਤ ਮਿਲੇ ਅਨਾੜੀ ਮਿਲ ਜਾਏ, ਨਿਸ਼ਰਦਕ ਮਿਲ ਜਾਏ, ਮਿਲੇ ਆ ਸੰਤ ਮਸਤ ਕਰ ਰਹੀਏ। ਜੇ ਕਹਿੰਦੇ ਐਸਾ ਬੇਸਮਝ ਮਿਲ ਜਾਏ ਤੇ ਉੱਥੇ ਚੁੱਪ ਕਰ ਜਾਓ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜਿੱਥੇ ਕਿਸੇ ਨੇ ਸੁਣਨਾ ਨਹੀਂ ਚੁੱਪ ਕਰ ਜਾਓ, ਉਹਨੂੰ ਸੁਣਾਓ ਨਾ। ਆ ਮੌਲਿਕ ਖਜ਼ਾਨਾ ਹੈ, ਅਜਾਈ ਇਹਨੂੰ ਲਟਾਓ ਨਾ। ਕਿਸੇ ਗੁਰਸਿੱਖ ਪਿਆਰੇ ਦੇ ਅੱਗੇ, ਭਗਤ ਦੇ ਅੱਗੇ ਰੱਬ ਦੇ ਬੋਲਾਂ ਦਾ ਖਜ਼ਾਨਾ ਖੋਲ ਤੇ ਫਿਰ ਕੋਈ ਆਏ ਮਿਲੇਗੋ ਗਾਹਕੀ, ਕੋਈ ਗਾਹਕ ਆਵੇਗਾ ਜਿਹਨੂੰ ਕਦਰ ਹੈ ਇਹਨਾਂ ਬਚਨਾਂ ਦੀ, ਇਹਨਾਂ ਬੋਲਾਂ ਦੀ, ਲੇਗੋ ਮਹਿੰਗੇ ਮੋਲ। ਉਹ ਕਹੇਗਾ ਸਜਣਾ ਸੰਸਾਰ ਦੀਆਂ ਸਭ ਵਸਤੂ ਸੰਸਾਰ ਵਿੱਚੋਂ ਮਿਲਦੀਆਂ ਨੇ, ਪਰ ਆ ਬਚਨ ਨਿਰੰਕਾਰ ਦੇ ਨਹੀਂ ਮਿਲਦੇ, ਇਹ ਤਾਂ ਸਿਰ ਵੱਟੇ ਵੀ ਨਹੀਂ ਮਿਲਦੇ, ਇੰਨੇ ਆਮੋਲਕ, ਇੰਨੇ ਕਦਰਦਾਰ। ਮਹਾਰਾਜ ਸਾਹਿਬ ਕਹਿੰਦੇ ਰੱਬ ਦੇ ਗੁਣ ਜਿਹੜੇ ਨੇ ਇਹ ਕਿਦਿਓਂ ਵੀ ਦੁਕਾਨ ਤੋਂ ਹੱਟ ਤੋਂ ਨਹੀਂ ਮਿਲਦੇ। ਕੋਈ ਆ ਗਿਆ ਰੱਬ ਦਾ ਪਿਆਰਾ ਔਰ ਉਹ ਮਹਿੰਗੇ ਮੁੱਲ ਤੋਂ ਇਹਨਾਂ ਨੂੰ ਲਏਗਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਸੰਸਾਰ ਦੇ ਅੰਦਰ ਆ ਕਰਕੇ ਜੀਵ ਜਿਹੜੇ ਨੇ ਇਹਨਾਂ ਭਗਵਾਨ ਦੇ ਨਾਮ ਨੂੰ ਜਾਣਿਆ ਨਹੀਂ, ਸਮਝਿਆ ਨਹੀਂ, ਹਿਰਦੇ 'ਚ ਵਸਾਇਆ ਨਹੀਂ, ਤੇ ਪਾਲਣਾ ਕਾਹਦੀ ਕਰਦੇ ਰਹੇ? ਕਟਕ ਕੁਟੰਬ, ਕੁਟੰਬ ਪਰਿਵਾਰ ਵਧਿਆ ਹੋਇਆ ਅੱਗੇ ਸੰਸਾਰ ਰਿਸ਼ਤੇਦਾਰ ਆਦਿ ਉਸ ਪਾਸੇ ਨੂੰ ਭੱਜਦਾ ਦੌੜਦਾ, ਮੋਹ ਦੀਆਂ ਤੰਦਾਂ ਖਿੱਚਦੀਆਂ ਨੇ। ਮਹਾਰਾਜ ਸਾਹਿਬ ਕਹਿੰਦੇ ਜਿਵੇਂ ਇੱਕ ਰਾਜਾ, ਇੱਕ ਫੌਜਦਾਰ ਆਪਣੀ ਫੌਜ ਦਾ ਧਿਆਨ ਰੱਖਦਾ ਹੈ, ਦੂਜਿਆਂ ਨੂੰ ਮਾਰਨ ਤੇ ਤੁਲ ਜਾਂਦਾ ਨਾ, ਸਾਹਮਣੇ ਵਾਲੇ ਵੀ ਤਾਂ ਫੌਜ ਹੀ ਹੁੰਦੀ ਹਨ, ਆਪਣੀ ਫੌਜ ਨੂੰ ਬਚਾਉਣਾ ਚਾਹੁੰਦਾ ਹੈ, ਦੂਜੇ ਨੂੰ ਮਕਾਉਣਾ ਚਾਹੁੰਦਾ ਹੈ, ਦੂਜੀ ਰਿਆਸਤ ਨੂੰ, ਆਪਣੀ ਰਿਆਸਤ ਨੂੰ ਬਚਾਉਂਦਾ ਹੈ। ਮਹਾਰਾਜ ਸਾਹਿਬ ਮਿਹਰ ਕਰਦੇ ਹੈ ਤਾਂ ਉਹ ਵੀ ਰਿਆਸਤ ਨਾ, ਆਪਣਿਆਂ ਦੀ ਜਾਨ ਚਲੇ ਜਾਂਦੀ ਦੁੱਖ ਹੁੰਦਾ ਹੈ, ਤੇ ਸਾਹਮਣੇ ਵਾਲੇ ਦਾ ਉਦੋਂ ਫਿਰ ਝੰਡੇ ਚਲਾਉਂਦਾ, ਲਲਕਰੇ ਮਾਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਅੰਦਰ ਮੋਹ ਦੇ ਸਹਿਤ ਹੋਇਆ ਜੀਵ ਆਪਣਿਆਂ ਦੀ ਸੁਖ ਮੰਗਦਾ ਹੈ, ਆਪਣਿਆਂ ਦੀ ਚੜ੍ਹਦੀ ਕਲਾ ਮੰਗਦਾ ਹੈ, ਆਪਣਿਆਂ ਲਈ ਭਲਾ ਕੁਨ ਬਿਰਤੀ ਨਾਲ ਸੋਚਦਾ ਹੈ, ਵਿਚਾਰਦਾ ਹੈ, ਟੁਰਦਾ ਹੈ। ਮਹਾਰਾਜ ਕਹਿੰਦੇ ਜਿਵੇਂ ਉਹ ਫੌਜਦਾਰ ਕਰਦੇ ਨੇ, ਉਸ ਕੁਟੰਬ ਦੇ ਅੰਦਰ ਉਹਦੀ ਪਰਵਰਸ਼ ਦੇ ਵਿੱਚ ਲੱਗਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਦੇ ਹੀ ਮੈਂ ਮਰ ਗਇਓ, ਧੰਦਾ ਕਰਦਿਆਂ ਹੋਇਆਂ ਹੀ ਸਰੀਰ ਤਿਆਗ ਦਿੱਤਾ, ਧਰਮ ਨਾ ਕਮਾਇਆ ਔਰ ਧੰਦਾ ਕਮਾਉਂਦਾ ਰਿਹਾ, ਧੰਦੇ ਹੀ ਸੋਚਦਾ ਰਿਹਾ, ਧੰਦਾ ਕਰਤਾ ਮਰ ਗਿਆ, ਭਾਈ ਰਿਹਾ ਨਾ ਬੰਦ, ਧੰਦਾ ਧਾਵਤ ਦਿਨ ਗਿਆ, ਸਾਰਾ ਦਿਨ ਧੰਦਿਆਂ ਦੇ ਵਿੱਚ ਨਿਕਲ ਗਿਆ। ਮਹਾਰਾਜ ਕਹਿੰਦੇ ਕੋਈ ਆਪਣਾ ਨਾ ਰਿਹਾ, ਧੰਦੇ ਹੀ ਮੈਂ ਮਰ ਗਇਓ, ਧੰਦੇ ਦੇ ਵਿੱਚ ਮਰ ਗਿਆ, ਖਤਮ ਹੋ ਗਿਆ। ਬਾਹਰ ਭਈ ਨਾ ਬੰਬ, ਕਹਿਣ ਲੱਗੇ ਅੰਦਰੋਂ ਜਦੋਂ ਸੰਸਾਰ ਤੋਂ ਟੁਰਨ ਲੱਗਾ ਨਾ, ਉਦੋਂ ਅੰਦਰਲੀ ਆਵਾਜ਼ ਵੀ ਅੰਦਰੇ ਦਫਨ ਹੋ ਜਾਂਦੀ ਹੈ। ਕੀ ਹੋ ਰਿਹਾ ਹੈ? ਮਨੁੱਖ ਦੇ ਬੋਲ ਵੀ ਬੰਦ ਹੋ ਜਾਂਦੇ ਨੇ। ਮਨੁੱਖ ਜਿੰਦਾ ਹੁੰਦਾ ਹੈ, ਬੋਲ ਕੇ ਵੀ ਨਹੀਂ ਦੱਸ ਸਕਦਾ ਕਿ ਮੈਨੂੰ ਦਰਦ ਹੁੰਦਾ ਹੈ ਕਿ ਕੀ ਹੁੰਦਾ ਹੈ, ਕਿਸੇ ਨੂੰ ਨਹੀਂ ਦੱਸ ਸਕਦਾ। ਮਹਾਰਾਜ ਕਹਿੰਦੇ ਉਦੋਂ ਭਗਵਾਨ ਦੀ ਬੰਦਗੀ ਕਰਨੀ ਚਾਹੇ, ਬਾਹਰ ਪਈ ਨਾ ਬੰਬ, ਉਸ ਵੇਲੇ ਤੇਰੇ ਮੁਖ ਤੋਂ ਬਾਣੀ ਵੀ ਨਹੀਂ ਨਿਕਲਣੀ ਜੇ ਪਹਿਲਾਂ ਜਪੀ ਨਹੀਂ, ਅਰਾਧਿਆ ਨਹੀਂ। ਮਹਾਰਾਜ ਕਹਿੰਦੇ ਪਰਮਾਤਮਾ ਨੂੰ ਅਰਾਧ, ਤੇਰੇ ਚਿੱਤ ਦੇ ਅੰਦਰ ਉਹ ਬੋਲ ਵਸ ਜਾਣ, ਮੁੜ ਕੇ ਬਿਨਾਂ ਬੋਲਿਆਂ ਹੀ ਅੰਦਰ ਚੱਲੀ ਜਾਣ, ਚਿੱਤ ਦਾ ਹਿੱਸਾ ਬਣ ਜਾਣ। ਮਹਾਰਾਜ ਕਹਿੰਦੇ ਉਹਨੂੰ ਅਰਾਧ, ਉਹਦੇ ਨਾਲ ਜੁੜ। ਮਹਾਰਾਜ ਕਹਿੰਦੇ ਕਬੀਰ ਆਖੀ ਕੇਰੇ ਮਟ ਕੇ ਪਲ ਪਲ ਗਈ ਬਿਹਾਏ, ਕਹਿਣ ਲੱਗੇ ਸਜਣਾ ਅੱਖਾਂ ਦੇ ਮਟਕਦਿਆਂ ਝਮਕਦਿਆਂ, ਔਰ ਇਹਨੂੰ ਇੱਕ ਖਿੰਨ ਕਹਿੰਦੇ ਨੇ, ਛਿਨ, ਔਰ ਛਿਨ ਛਿਨ ਕਰਕੇ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ।
महाराज कहते ये अखां दे झमकदियां होया समा बसर हुंदा है ते वो समा तेरी जिंदगी दा घटदा है। अखां खोलण विच, अखां बंद करन विच, ये थोड़े समय की गिनती करके दसी इन्ना इन्ना समा तेरी जिंदगी चो हर वक्त घटदा जा रहा है। आखी केरे मटके ते इन्हां च जेड़े सी खिन पल और फिर इन्हां तो अगे पल बन जाते हैं और पल पल गई बिहाए ते जे 60 पल कट्ठे कर दिए एक घड़ी बन जाती है ते जड़ियां 7.5 घड़ियां का एक पैर बन जाता है। 4 पैरां का दिन हुंदा ते 4 की अगे रात बन जाती है। बड़ा बरीकी है। मैं मोटे मोटे रूप अंदर आप नाल सांझ पा रहे हैं। महाराज मेहर करते ने पल पल गई बिहाए छिन पल महूरत करके तेरी उम्र बिहाए बतीत हुंदी गई, पता ही ना चलिया। महाराज साहब मेहर करते ने मन जंजाल ना छोड़ाई, पर मन जेड़े जंजाल सी ना संसार दे अंदर और मकड़ी की तरह बुनिया होया जाल जिहदे विच आप ही फस जाना सी। महाराज साहब कहंदे मन ने उन्होंने छड्डिया नहीं, त्यागया नहीं पकड़ नूं कि इहदे विचों निकल जा। आप ही चक्कर बुनाई जांदा है, अपने आप नूं ही विच उहदे फसाई जांदा है। महाराज कहंदे मन जंजाल ना छोड़ाई, अजे मन संसार दे कारोबार धंधियां परिवारक धंधियां वालों मुक्त नहीं होया। बेशक मनुख मंजे ते पै जावे ना फिर भी कहेगा, भावें वो जवाक ना ही पुछन फिर भी कहेगा मैं तुहानूं दसदा वो फलानी कुड़ी कोल जा आया जी, वो फलाने नूं भी कार्ड दे दिया जे विआह च बैठा हो, आंदे बह जा बह जा बह जा, कदर इन्नी कुंदी आंदे बह जा सानू नहीं पता तू दसेगा। फिर भी कहता वो फलाने नूं भी दे, फिर भी बिना बुलाए मेहमान वांगू विच सलाह दी जाता तू रब रब कर ला। महाराज साहब कहते ये खीरला समा आ गया, संसार वालों बिरती नूं फिर भी नहीं मोड़िया, रब वाल नूं फिर भी नहीं तुरिया। महाराज कहते इन्ने नूं जम दिया दमामा आए, जमा ने आके डंका वजा दिता भी चल सजना हुण तू संसार वाल नूं वेखदा तू अगे नूं तुरना है। फिर हथ वेंदा मेरे पल्ले कुछ नहीं, मैं करा कि हावे ते हौके मारदा जांदा है। फिर उहदी बिरती संसार विच हुंदी आ ना, तो फिर निरंकार दे चरनां च किवें टिक जाएगा। जिथे आखिरले समय मनुख की सुरत रह गई ना, मनुख ने उस सुरत दे नाल ही सफ़र करना है, सुरत ने ही शब्द विच मिलना है, ब्रह्म होना है, सुरती कै मार्ग चल के और उत्थे पहुँचना है। अगर सुरत रिश्तेदारां विच रह गई है, सुरत परिवार विच रह गई है, सुरत कारोबार विच रह गई है, सुरत घर विच रह गई है, जिथे सुरत रह गई और शरीर छड्डण तो बाद उहदा वासा उत्थे होवेगा। ताई विद्वान महापुरुष अभ्यासी कहते जिउंदे जी अपनी सुरत प्रभु के चरनां च टका दे। जद शरीर छड्डे सुरत उथे टिकिया तेरा टकाऊ प्रभु के चरनां च होवेगा। नहीं तो मेरे वर्गे बहुत अरदासां करी जांदे इहनूं चरनां च वासा देना, वो बैठा तो किसी परिवार च हुंदा है, खीर ते वाजां उहनूं मार दे ते रहिंदिआं नूं असीं खिच लैने आ, असीं भी संसार च खिचदे हैं और भाई साहब तो अरदासां कराई जाने, पाठ कराई जाने, असीं उहदी बांह फड़ के खड़े हुंदे, असीं नहीं तैनूं गांह जाण देना। इहनूं समझिआ जे नुकते नूं ध्यान नाल। जदों मनुख दी अखीरली अवस्था आउंदी है ना, मैं सीधा जिहा बोलां खीरला समा आउंदा है, मरण किनारे हुंदा है, ते कुछ घर दे भी आंदे वो भी इशारे करदा भी मैनूं सारे मिला मिलू दिओ, ते सारे आ जांदे। उधरों तो उहदे सवास जे अटके हुंदे आ, उधर कुड़ी आई बापू मैनू पछाणिया ही, आ तेरा दोता ही, आ तेरा पोता ही, आ तेरा भतीजा आ गया ही, आ तेरा दूजा आ गया ही, और ओदी खिच खिच के सुरत इधर लाई आने। उन्हें नूं पता नहीं उहदे कोल छिन हुंदा कि पल हुंदा है
ਉਹਦੀ ਸੁਰਤ ਭਤੀਜੇ ਪੁੱਤਰ ਪੋਤਰੇ ਦੋਤਰੇ ਕਿਸੇ ਧੀ ਪੁੱਤਰ ਵਿੱਚ ਰਹਿ ਜਾਂਦੀ, ਉਹਨੇ ਨੂੰ ਸਵਾਸ ਨਿਕਲ ਜਾਂਦੀ। ਫਿਰ ਉਹ ਜਾਵੇ ਕਿੱਥੇ? ਪ੍ਰਭੂ ਦੇ ਚਰਨਾਂ 'ਚ ਕਿਵੇਂ ਚੱਲ ਜੇ? ਉਹ ਤੁਹਾਨੂੰ ਪੁੱਤਰ ਪੋਤਰੇ ਦੇ ਦਾਲੇ ਰਹੂ ਨਾ, ਉਹਨੂੰ ਹੀ ਖਡਾਊ ਨਾ। ਤੇ ਫਿਰ ਬਾਬਿਆਂ ਕੋਲ ਲੈ ਕੇ ਤੁਰੇ ਫਿਰਦੇ ਆ, ਬੱਚਾ ਜੀ ਆਏ ਆ, ਉਹ ਤੁਹਾਡਾ ਦਾਦਾ ਬਾਬਾ ਹੀ ਖਡਾਉਂਦਾ ਫਿਰਦਾ, ਹੁਣ ਕੋਈ ਦੂਜਾ ਥੋੜਾ ਹੈ ਜਿਹਨੂੰ ਖੀਰ ਤੇ ਜਗਾਇਆ। ਐਸ ਕਰਕੇ ਸੰਗਤ ਜੀ, ਜਦੋਂ ਕਿਸੇ ਦਾ ਅਖੀਰਲਾ ਸਮਾਂ ਹੁੰਦਾ ਹੈ ਨਾ, ਉਹਨੂੰ ਆਵਾਜ਼ਾਂ ਨਾ ਮਾਰਿਆ ਕਰੋ। ਇਹ ਧਿਆਨ ਦਿਆ ਕਰੋ, ਅੱਗੇ ਵੀ ਸਲਾਹ ਦਿਆ ਕਰੋ, ਉਹਨੂੰ ਆਵਾਜ਼ਾਂ ਨਾ ਮਾਰਿਆ ਕਰੋ। ਬਾਣੀ ਸੁਣਾਉਣ ਦੀ ਅਖੀਰ ਤੇ ਗੁਰਮਤਿ ਦੀ ਪ੍ਰਥਾ ਹੀ ਇਹ ਆ ਕਿ ਇਹਦੇ ਕੰਨਾਂ ਵਿੱਚ ਧੀਆਂ ਪੁੱਤਰਾਂ ਦੀ ਸੰਸਾਰ ਦੀ ਆਵਾਜ਼ ਨਾ ਪਵੇ, ਨਿਰੰਕਾਰ ਦੀ ਆਵਾਜ਼ ਪਵੇ। ਇਹਦਾ ਧਿਆਨ ਉਧਰ ਹੋ ਜਾਵੇ, ਉਧਰ ਚਲਾ ਜਾਏਗਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਖੀਰ ਤੇ ਧੁਨ ਵਿੱਚ ਧਿਆਨ ਉਹਦਾ ਜਾਂਦਾ ਜੇ ਜਿਹਨੇ ਧਿਆਨ ਪਹਿਲਾਂ ਜੋੜਿਆ ਹੋਇਆ ਹੈ, ਜਿਹਦਾ ਧਿਆਨ ਜੁੜਿਆ। ਸਾਰੀ ਉਮਰ ਤਾਂ ਗੁਰਦੁਆਰੇ ਨਹੀਂ ਆਇਆ, ਸਾਰੀ ਉਮਰ ਤਾਂ ਮੰਦਰ ਮਸਜਿਦ ਨਹੀਂ ਦਿਸਿਆ, ਸਾਰੀ ਉਮਰ ਤਾਂ ਗੁਰਦੁਆਰੇ ਮੰਦਰ ਮਸਜਿਦ ਦੀ ਨਖੇਦੀ ਕਰਦਾ ਰਿਹਾ, ਨਿੰਦਿਆ ਕਰਦਾ ਰਿਹਾ। ਤੇ ਅਖੀਰ ਤੇ ਕਹਿੰਦੇ ਬਈ ਇਹਨੂੰ ਗੀਤਾ ਸੁਣਾ ਦਿਓ, ਇਹਨੂੰ ਸੁਖਮਣੀ ਸੁਣਾ ਦਿਓ, ਇਹਦੀ ਅਰਦਾਸ ਕਰ ਦਿਓ। ਸੱਜਣੋਂ ਨੇ ਆਪ ਨਹੀਂ ਕੁਝ ਕੀਤਾ। ਜਿਹੜੇ ਬੰਦੇ ਨੇ ਆਪ ਆਪਣੇ ਲਈ ਕੁਝ ਨਹੀਂ ਕੀਤਾ, ਗੁਸਤਾਖੀ ਮਾਫ ਉਹਦੇ ਲਈ ਕੋਈ ਵੀ ਕੁਝ ਨਹੀਂ ਜੇ ਕਰ ਸਕਦਾ। ਸਾਰੀ ਉਮਰ ਤਾਂ ਉਹਨੇ ਗਵਾ ਦਿੱਤੀ, ਆਪਣੇ ਲਈ ਉਹਨੇ ਪੂਣੀ ਨਹੀਂ ਕੱਤੀ, ਕਿ ਕੋਈ ਉਹਦੇ ਲਈ ਕੀ ਕਰੇਗਾ। ਹੁਣ ਸੁਰਤ ਤਾਂ ਉਹਦੀ ਈਰਖਾ ਵਿੱਚ, ਜਿਹਦੇ ਨਾਲ ਉਹ ਝਗੜਾ ਕਰਦਾ ਰਿਹਾ, ਉਹ ਕਦੋਂ ਆਖੇਗਾ ਵੀ ਇਹ ਮੈਨੂੰ ਹੱਥ ਫੜ ਕੇ ਪਾਰ ਕਰਾ ਦੇਵੇ। ਉਹਦੀ ਸੁਰਤ ਟਿਕਣ ਦਿਆ ਕਰੋ। ਸਾਰੇ ਜਿਉਂਦੇ ਜੀ ਜਿਹੜੇ ਆ ਨਾ ਮਾਤਾ ਪਿਤਾ, ਆ ਪਿੱਛੋਂ ਸ਼ਰਾਧ ਵਰਾਧ ਕਰਨ ਤੋਂ ਗੁਰੇਜ਼ ਕਰਿਆ ਕਰੋ। ਜਿਉਂਦੇ ਮਾਂ ਬਾਪ ਨੂੰ ਰੋਟੀ ਖਵਾ ਦਿਆ ਕਰੋ ਬੜੇ ਪ੍ਰੇਮ ਨਾਲ। ਜਿਉਂਦੇ ਜੀ ਜਿਹੜੇ ਘਰਾਂ 'ਚ ਬਾਣੀ ਪੜ੍ਹਨ ਵਾਲੇ ਬੇਬੇ ਬਾਪੂ ਤੋਂ ਜੇ ਨਹੀਂ ਪੜ੍ਹੀ ਜਾਂਦੀ ਨਾ, ਉਹਨਾਂ ਨੂੰ ਸੁਣਾਇਆ ਕਰੋ, ਬੈਠ ਕੇ ਬਾਣੀ ਸੁਣਾ ਦਿਆ ਕਰੋ। ਕਿਤੇ ਰੋਜ਼ ਨਹੀਂ ਤੇ ਕਿਤੇ ਹਫ਼ਤੇ ਬਾਅਦ ਬੱਚਿਆਂ ਨੂੰ ਪੜ੍ਹੇ ਲਿਖਿਆ ਜੋਗੇ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿਆ ਕਰੋ, ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਅਰਦਾਸ ਜਿਉਂਦੇ ਜੀ ਕਰਿਆ ਕਰੋ। ਉਹਨਾਂ ਦੀ ਸੁਰਤ ਇੱਧਰ ਜੁੜੇ, ਫਿਰ ਭਲਾ ਹੋਣਾ ਜੇ। ਮਹਾਰਾਜ ਸਾਹਿਬ ਕਹਿੰਦੇ ਨਹੀਂ ਤੇ ਸਜਣਾ, ਔਰ ਐਸਤਾ ਜੀਵਨ ਖਤਮ ਹੁੰਦਾ ਜਾਂਦਾ ਏ ਤੇ ਜਮਾ ਨੇ ਆ ਕੇ ਡੰਕਾ ਖੜਕਾ ਦੇਣਾ, ਉਹ ਪੱਤਰਕਾ ਵਿਖਾ ਦੇਣੀ। ਇੱਥੋਂ ਜਿਹੜਾ ਚੱਲਣਾ ਪੈਣਾ ਈ, ਪਰ ਮਨ ਇਹਨਾਂ ਜੰਜਾਲਾਂ ਵਿੱਚ ਫਸਿਆ ਇੱਥੇ ਹੀ ਚੱਕਰ ਲਾਉਂਦਾ ਰਹਿੰਦਾ, ਇੱਥੋਂ ਅੱਗੇ ਜਾਂਦਾ ਹੀ ਨਹੀਂ। ਇਹਨੂੰ ਅੱਗੇ ਨੂੰ ਲਿਜਾਣ ਵਾਸਤੇ ਗੁਰੂ ਗੁਰੂ ਜਪਿਆ ਕਰੀਏ, ਗੁਰੂ ਦੇ ਮਾਰਗ ਤੇ ਤੁਰੀਏ, ਗੁਰੂ ਨਾਲ ਜੁੜੀਏ। ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਸੱਚੀ ਸਰਕਾਰ ਦੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦਿਆਂ ਅੰਦਰ ਵਸਾਵਣੇ। ਦਾਸ ਨੂੰ ਆਪ ਸੰਗਤ ਦਾ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਮੁਆਫ ਕਰਨਾ। ਇਹਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ